ਸਿੱਖ ਜਿਹੜਾ ਹੈ ਉਹ ਇਸ ਵਕਤ ਪਾਕਿਸਤਾਨ ਦੀ ਰੀੜ ਦੀ ਹੱਡੀ ਬਣ ਕੇ ਖਲੋਏਗਾ, ਇੱਟ ਵਾਂਗ ਖਲੋਏਗਾ। ਕਿਉਂਕਿ ਪਾਕ ਜਿਹੜਾ ਪਾਕਿਸਤਾਨ ਹੈ ਸਾਡੇ ਲਈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਉਸ ਤੋਂ ਵੱਡੀ ਪਾਕ ਜਗ੍ਹਾ ਸਾਡੇ ਤੇ ਨਹੀਂ ਹੈ ਕੋਈ। ਔਰ ਇਹੀ ਕਾਰਨ ਹੈ ਕਿ ਮੈਂ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਫੌਜੀ ਹੈ ਉਹਨਾਂ ਨੂੰ ਸੁਨੇਹਾ ਲਾਇਆ। ਉਹਨਾਂ ਨੂੰ ਅਸੀਂ ਮੈਸੇਜਿੰਗ ਲਗਾਤਾਰ ਪੂਰੇ ਪੰਜਾਬ, ਰਾਜਸਥਾਨ, ਹਰਿਆਣਾ, ਈਵਨ ਬੰਗਾਲ ਦੇ ਵਿੱਚ ਅੱਜ ਸਾਡੀ ਮੈਸੇਜਿੰਗ ਜਾ ਰਹੀ ਹੈ ਕਿ ਜਿਹੜੀ ਇਹ ਨਰਿੰਦਰ ਮੋਦੀ ਦੀ ਤੇ ਜਿਹੜੀ ਇਹ ਭਾਰਤ ਦੀ ਜੰਗ ਹੈ, ਇਹ ਹੱਦਬੰਦੀ ਦੀ ਜੰਗ ਨਹੀਂ ਹੈ, ਇਹ ਰਾਜਨੀਤਿਕ ਜੰਗ ਹੈ। ਸੋ ਰਾਜਨੀਤਿਕ ਜੰਗ ਜਿਹੜੀ ਹੁੰਦੀ ਆ ਉਹ ਫੌਜ ਨਹੀਂ ਲੜਦੀ, ਤੇ ਸਿੱਖ ਫੌਜੀ ਜਿਹੜਾ ਹੈ ਉਹ ਆਪਣੀ ਬੰਦੂਕ, ਆਪਣੀਆਂ ਗੋਲੀਆਂ ਪਾਕ ਦੇ ਵੱਲ ਬਿਲਕੁਲ ਵੀ ਨਹੀਂ ਚਲਾਏਗਾ। ਤੇ ਤੇਰਾ ਪਹਿਲਾ ਧਰਮ ਤੇ ਫਰਜ਼ ਜਿਹੜਾ ਹੈ ਉਹ ਇਹ ਹੈ ਕਿ ਤੂੰ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਵਾਲੇ ਪਾਸੇ ਪਾਕਿਸਤਾਨ ਵੱਲ ਮੂੰਹ ਨਹੀਂ ਕਰਨਾ। ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਵੀ ਇਹ ਹੁਣ ਮੁਲਕ ਬਣੇਗਾ ਕਦੋਂ, ਮੇਰੇ ਖਿਆਲ ਇਹ ਤੁਸੀਂ ਆਪਣੇ ਜਨਰਲ ਸਾਹਿਬ ਨੂੰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪੁੱਛੋ ਕਿ ਵੀ ਭਾਈ ਪੰਜਾਬ ਜਿਹੜਾ ਹੈ ਭਾਰਤ ਦੇ ਕਬਜ਼ੇ 'ਚ ਉਹ ਚੀਖ ਰਿਹਾ, ਉੱਥੇ ਨਸਲਕੁਸ਼ੀ ਹੋ ਰਹੀ ਹੈ, ਉਹ ਤੁਹਾਡੇ ਨਾਲ ਕੰਧ ਬਣ ਕੇ ਖਲੋਤੇ ਆ, ਇੱਟ ਬਣ ਕੇ ਖਲੋਤੇ ਆ, ਤੁਹਾਡਾ ਸਾਥ ਦੇਣਗੇ। ਤੇ ਆਪਾਂ ਉਹਨਾਂ ਦੀ ਆਜ਼ਾਦੀ ਦੀ ਗੱਲ ਕਦੋਂ ਕਰਨੀ ਹੈ ਤੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਕੀ ਹਿੱਸਾ और कदों पाना है। अस्सलाम वालेकुम नाज़रीन, मोहम्मद कज़ाफ़ी को फिर हाजिर है नया दौर के प्लेटफॉर्म से। नाज़रीन, आज हमने अपने बड़े ही प्यारे और बड़े दूर से गेस्ट आज आपके सामने लेके आए हैं, जो खालिस्तान के रहनुमा भी हैं, गुरप्रीत सिंह पुन्नू साहब। अस्सलाम वालेकुम सर। जी वालेकुम सलाम। ते पाकिस्तान दे मेरे आवाम नूं ते भैन भरावां नूं वाहिगुरू जी का खालसा, वाहिगुरू जी की फतेह। बिल्कुल। अच्छा, सब तो पहले मैं एक सीधी ते साफ गल करना चाह रहा तुहाडे नाल, जिवें हुणे सिचुएशन बनी पई है पाकिस्तान ते इंडिया दे दरमियान। अगर हो जांदा है, जंग हो जांदी है, कुछ हो जांदा है, ते सिख भाई जिहड़े साडे है ने ਉਹ ਕਿੰਦੇ ਨਾਲ ਖੜੇ ਹੋਣਗੇ, ਇੰਡੀਆ ਨਾਲ ਜਾਂ ਪਾਕਿਸਤਾਨ ਨਾਲ? ਦੇਖੋ, ਇਹ ਤਾਂ ਹੁਣ ਸਿੱਖ ਜਿਹੜਾ ਹੈ ਉਹ ਇਸ ਵਕਤ ਪਾਕਿਸਤਾਨ ਦੀ ਰੀੜ ਦੀ ਹੱਡੀ ਬਣ ਕੇ ਖਲੋਏਗਾ, ਇੱਟ ਵਾਂਗ ਖਲੋਏਗਾ। ਕਿਉਂਕਿ ਪਾਕ ਜਿਹੜਾ ਪਾਕਿਸਤਾਨ ਹੈ ਸਾਡੇ ਲਈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਉਸ ਤੋਂ ਵੱਡੀ ਪਾਕ ਜਗ੍ਹਾ ਸਾਡੇ ਤੇ ਨਹੀਂ ਹੈ ਕੋਈ। ਔਰ ਇਹੀ ਕਾਰਨ ਹੈ ਕਿ ਮੈਂ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਫੌਜੀ ਹੈ ਉਹਨਾਂ ਨੂੰ ਸੁਨੇਹਾ ਲਾਇਆ। ਉਹਨਾਂ ਨੂੰ ਅਸੀਂ ਮੈਸੇਜਿੰਗ ਲਗਾਤਾਰ ਪੂਰੇ ਪੰਜਾਬ, ਰਾਜਸਥਾਨ, ਹਰਿਆਣਾ, ਈਵਨ ਬੰਗਾਲ ਦੇ ਵਿੱਚ ਅੱਜ ਸਾਡੀ ਮੈਸੇਜਿੰਗ ਜਾ ਰਹੀ ਹੈ ਕਿ ਜਿਹੜੀ ਇਹ ਨਰਿੰਦਰ ਮੋਦੀ ਦੀ ਤੇ ਜਿਹੜੀ ਇਹ ਭਾਰਤ ਦੀ ਜੰਗ ਹੈ, ਇਹ ਹੱਦਬੰਦੀ ਦੀ ਜੰਗ ਨਹੀਂ ਹੈ, ਇਹ ਰਾਜਨੀਤਿਕ ਜੰਗ ਹੈ। ਸੋ ਰਾਜਨੀਤਿਕ ਜੰਗ ਜਿਹੜੀ ਹੁੰਦੀ ਆ ਉਹ ਫੌਜ ਨਹੀਂ ਲੜਦੀ, ਤੇ ਸਿੱਖ ਫੌਜੀ ਜਿਹੜਾ ਹੈ ਉਹ ਆਪਣੀ ਬੰਦੂਕ, ਆਪਣੀਆਂ ਗੋਲੀਆਂ ਪਾਕ ਦੇ ਵੱਲ ਬਿਲਕੁਲ ਵੀ ਨਹੀਂ ਚਲਾਏਗਾ। ਠੀਕ ਹੈ। ਤੇ ਕਿੰਨੀ ਵੱਡੀ ਤਾਦਾਦ ਹੈ ਸਾਡੀ ਇੰਡੀਅਨ ਫੌਜ 'ਚ ਸਿੱਖ ਭਾਈਆਂ ਦੀ, ਤੇ ਕਿੰਨਾ ਅਸਰ ਹੋਏਗਾ ਜਿਹੜੀ ਕਾਲ ਤੁਸੀਂ ਦਿੱਤੀ ਹੈ ਇਹ ਆਪਣੇ ਸਿੱਖ ਭਾਈਆਂ ਨੂੰ ਇੰਡੀਆ 'ਚ? ਦੇਖੋ, ਇਹ ਕਾਲ ਜਿਹੜੀਆਂ ਇਹੋ ਜਿਹੀ ਮੁਹਿੰਮ ਹੁੰਦੀ ਹੈ ਨਾ, ਉਹਦੇ 'ਚ ਕੋਈ ਨੰਬਰਿੰਗ ਦੇ ਹਿਸਾਬ ਨਾਲ ਨਹੀਂ ਚੱਲਦਾ ਹੁੰਦਾ ਕਿ ਫੌਜੀ ਜਿਹੜਾ ਹੈਗਾ ਉਹ ਉਹਨਾਂ ਨੇ ਲੜਨ ਵਾਸਤੇ ਤਿਆਰ ਕੀਤਾ ਹੋਇਆ। ਅਸੀਂ ਉਸ ਨੂੰ ਸਿੱਖ ਫੌਜੀ ਦੱਸਦੇ ਹਾਂ ਕਿ ਵੀ ਭਾਈ ਤੂੰ ਪੰਜਾਬ ਦਾ ਬਸ਼ਿੰਦਾ ਹੈ, ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਵਾਲਾ, ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਤੇ ਤੇਰਾ ਪਹਿਲਾ ਧਰਮ ਤੇ ਫਰਜ਼ ਜਿਹੜਾ ਹੈ ਉਹ ਇਹ ਹੈ ਕਿ ਤੂੰ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਵਾਲੇ ਪਾਸੇ ਪਾਕਿਸਤਾਨ ਵੱਲ ਮੂੰਹ ਨਹੀਂ ਕਰਨਾ। ਜਿਹੜੀ ਇਹ ਮੁਹਿੰਮ ਹੁੰਦੀ ਹੈ, ਇਹਦੇ 'ਚ ਇਹ ਨਹੀਂ ਤੁਸੀਂ ਜ਼ਰੂਰੀ ਸੋਚਣਾ ਕਿ ਜੀ ਉਹ ਹਥਿਆਰ ਛੱਡ ਕੇ ਭੱਜ ਜਾਣਗੇ ਜਾਂ ਉਹ ਹਥਿਆਰ ਨਹੀਂ ਚੁੱਕਣਗੇ। ਇਹਦੇ 'ਚ ਇੱਕ ਗੱਲ ਜਿਹੜੀ ਬਿਲਕੁਲ ਸਾਹਮਣੇ ਆ ਚੁੱਕੀ ਹੈ, ਉਹ ਇਹ ਹੈ ਵੀ ਫੌਜ ਜਿਹੜੀ ਲੜਦੀ ਹੈ ਨਾ, ਉਹ ਹੌਸਲਿਆਂ ਤੇ ਲੜਦੀ ਹੈ। ਫੌਜ ਜਿੱਤਦੀ ਹੈ ਤੇ ਹੌਸਲਿਆਂ ਤੇ ਜਿੱਤਦੀ ਹੈ, ਬੁਲੰਦੀਆਂ ਤੇ ਜਿੱਤਦੀ ਹੈ। ਜਿਹੜੀਆਂ ਸਾਡੇ ਕੋਲ ਸੁਨੇਹਾ ਆ ਚੁੱਕੇ ਹੈ, ਜਿਹੜਾ ਸਿੱਖ ਫੌਜੀ ਹੈ ਉਹ ਇਹ ਵਾਲੀ ਲੜਾਈ ਮੋਦੀ ਦੀ ਰਾਜਨੀਤਿਕ, ਭਾਰਤੀ ਤੇ ਹਿੰਦੁਸਤਾਨ ਦੀ ਲੜਨਾ ਨਹੀਂ ਚਾਹੁੰਦਾ। ਜੇ ਫੌਜੀ ਲੜਨਾ ਨਹੀਂ ਨਾ ਚਾਹੁੰਦਾ ਤੇ ਉਹ ਜਿੱਤ ਨਹੀਂ ਸਕਦਾ। ਸੋ ਇਹ ਮੈਂ ਤੁਹਾਨੂੰ ਦੱਸ ਸਕਦਾ ਕਿ ਭਾਰਤੀ ਫੌਜ ਦੇ ਵਿੱਚ ਜਿਹੜਾ ਸਿੱਖ ਫੌਜੀ ਹੈ, ਈਵਨ ਬੰਗਾਲੀਆਂ ਦੀ ਸਾਨੂੰ ਮੈਸੇਜਿੰਗ ਆਈ ਹੈ ਦੂਰ ਤੱਕ ਕਿ ਦਿਸ ਇਜ਼ ਅ ਪੋਲੀਟੀਕਲ ਫਾਈਟ। ਤੁਸੀਂ ਸਹੀ ਕਹਿ ਰਹੇ ਹੋ, ਇਹ ਰਾਜਨੀਤਿਕ ਲੜਾਈ ਹੈ। ਅਸੀਂ ਰਾਜਨੀਤਿਕ ਲੜਾਈ ਲੜਨ ਵਾਸਤੇ ਭਾਰਤੀ ਫੌਜ ਵਿੱਚ ਨਹੀਂ ਸੀ ਆਏ। ਬਿਲਕੁਲ। ਅੱਛਾ, ਬਿਲਕੁਲ ਜਿਵੇਂ ਤੁਸੀਂ ਹੁਣੀ ਗੱਲ ਵੀ ਕਰ ਰਹੇ ਹੋ, ਇਹ ਸਾਡੇ 5-6 ਸਿੱਖ ਭਰਾਵਾਂ ਨੂੰ ਜਿਹੜੇ ਇੰਡੀਆ ਆਰਮੀ 'ਚ ਵੀ ਉਹਨਾਂ ਨੂੰ ਮਾਰਤਾ ਸੀ, ਉਹ ਕੀ ਵਾਕਿਆ ਬਣਿਆ ਸੀ? ਜਿਹੜੀ ਦੋ ਯੂਨਿਟਾਂ ਦੀ ਆਪਸ 'ਚ ਲੜਾਈ ਹੋਈ ਸੀ, ਇੱਕ ਸਿੱਖ ਯੂਨਿਟ ਸੀ, ਦੂਜੀ ਸੀ, ਤੇ ਉਹਨਾਂ ਦੀ ਲੜਾਈ ਹੋਈ ਸੀ ਤੇ ਸਿੱਖ 5-6 ਫੌਜੀਆਂ ਨੂੰ ਸ਼ਹੀਦ ਵੀ ਕਰਤਾ ਸੀ। ਦੇਖੋ, ਉਹ ਮੈਂ ਖਬਰਾਂ ਪੜ੍ਹੀਆਂ ਪਰ ਮੈਨੂੰ ਉਹਦੀ ਡਿਟੇਲ ਬਿਲਕੁਲ ਨਹੀਂ ਪਤਾ।
ਵੀ ਉਹ ਕੀ ਉੱਥੇ ਮਸਲਾ ਪਿਆ, ਇਦਾਂ ਹੋਇਆ ਵੀ ਆ ਕਿ ਨਹੀਂ ਹੋਇਆ, ਉਸ ਦੇ ਵਿੱਚ ਨਹੀਂ ਮੈਂ ਪੈਣਾ ਚਾਹੁੰਦਾ। ਪਰ ਜਿਹੜੀ ਮੁਹਿੰਮ ਚੱਲਦੀ ਹੁੰਦੀ ਹੈ, ਜਿਹੜੀ ਜੰਗ ਇਸ ਵਕਤ ਨਰਿੰਦਰ ਮੋਦੀ, ਜਿਹੜੀ ਜੰਗ ਇਸ ਵਕਤ ਪਾਕਿਸਤਾਨ ਦੇ ਉੱਤੇ ਨਰਿੰਦਰ ਮੋਦੀ ਲਗਾ ਰਿਹਾ ਹੈ, ਤੁਸੀਂ ਉਹਦਾ ਇਹ ਦੇਖਣਾ ਕਿ ਜਿਹੜਾ ਇਹ ਦੁਸ਼ਮਣ ਹੈ, ਜਿਹੜਾ ਭਾਰਤ ਹੈ, ਜਿਹੜਾ ਨਰਿੰਦਰ ਮੋਦੀ ਹੈ, ਜਿਹੜਾ ਹਿੰਦੁਸਤਾਨ ਹੈ ਇਸ ਵਕਤ, ਤੇ ਇਹ ਜੰਗ ਦਾ ਐਲਾਨ ਇਹ ਪਿਛਲੇ 70 ਸਾਲ ਤੋਂ ਤੁਹਾਡੇ ਉੱਪਰ ਕਰ ਚੁੱਕੇ ਹੈ। ਤੁਸੀਂ ਇਹਨੂੰ ਅੱਜ ਨਾ ਸੋਚਣਾ ਕਿ ਜੀ ਇਹ ਜਿੱਦਾਂ ਉਹਨਾਂ ਦਾ ਲੈਫਟ ਦਾ ਮੀਡੀਆ ਇੱਕ ਹੈਗਾ ਕਿ ਜੀ ਇਹ ਬਦਲਾ ਆ ਜਾਊਗਾ, ਇਹ ਨਰਿੰਦਰ ਮੋਦੀ ਜਿਹੜਾ ਪਾਕਿਸਤਾਨ ਦਾ ਦੁਸ਼ਮਣ ਹੈ। ਇਹ ਪਾਕਿਸਤਾਨ ਦਾ ਦੁਸ਼ਮਣ ਨਰਿੰਦਰ ਮੋਦੀ ਨਹੀਂ, ਪਾਕਿਸਤਾਨ ਦਾ ਦੁਸ਼ਮਣ ਹਿੰਦੁਸਤਾਨ ਹੈ। ਪਾਕਿਸਤਾਨ ਦਾ ਦੁਸ਼ਮਣ ਉੱਥੋਂ ਦਾ ਸਿਸਟਮ ਹੈ। ਪਾਕਿਸਤਾਨ ਦਾ ਦੁਸ਼ਮਣ ਉੱਥੋਂ ਦਾ ਉਹ ਆਵਾਮ ਹੈ ਜਿਹੜਾ ਪਾਕਿਸਤਾਨ ਦੀ ਹੋਂਦ ਨਹੀਂ ਚਾਹੁੰਦਾ। ਇਹ 1948 ਤੋਂ ਤੁਹਾਨੂੰ ਮੁਕਾਉਣਾ ਚਾਹੁੰਦੇ ਆ। ਸੋ ਇਹਦਾ ਇੱਕ ਪਾਸੇ ਗੱਲ ਉਹ ਲਗਾਉਣੀ ਪੈਣੀ ਹੈ ਪਾਕਿਸਤਾਨ ਨੂੰ। ਹਿੰਦੁਸਤਾਨ ਕਹਿੰਦਾ ਤਾਂ ਪਿਆ ਵੀ ਅਸੀਂ ਲੜਨਾ ਹੈ, ਪਰ ਉਹ ਲੜਨਾ ਇੰਨਾ ਕੀ ਹੈ, ਉਹਨਾਂ ਨੇ ਜਿੰਨੀ ਦੇਰ ਜਿੰਨਾ ਕੋ ਆਪਣੀਆਂ ਵੋਟਾਂ ਇਕੱਠੀਆਂ ਕਰ ਸਕਣ, ਜਿੰਨਾ ਨਾਲ ਉਹ ਦੁਨੀਆ 'ਚ ਦੱਸ ਸਕਣ ਕਿ ਜੀ ਭਾਰਤ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਹੇਠ ਸੇਫ ਹੈ ਤੇ ਉਹਦੀ ਹਕੂਮਤ ਚੱਲਦੀ ਹੈ। ਇਹ ਜਿਹੜੀ ਹਿੱਸਾ ਤੁਹਾਨੂੰ ਲਗਾਤਾਰ ਡਰਾਉਣ ਦਾ, ਦਬਕਾਉਣ ਦਾ ਤੇ ਕਾਰਨਰ ਕਰਨ ਦਾ, ਜੀ ਪਾਕਿਸਤਾਨ ਅੱਤਵਾਦ ਫੈਲਾ ਰਿਹਾ, ਪਾਕਿਸਤਾਨ ਇੱਥੇ ਅੱਤਵਾਦ ਫੈਲਾਉਂਦਾ, ਪਾਕਿਸਤਾਨ ਹਮਲੇ ਕਰਾਉਂਦਾ ਹੈ, ਇਹ ਤੁਹਾਨੂੰ ਪੱਕਾ ਤੌਰ ਤੇ ਬੰਦ ਕਰਨਾ ਪੈਣਾ ਹੈ। ਔਰ ਇਹੀ ਕਾਰਨ ਹੈ ਕਿ ਉਹ ਹਮਲਾ ਘੱਟ ਕਰਨਾ ਚਾਹ ਰਿਹਾ ਹੈ ਤੇ ਤੁਹਾਡੀ ਜਿਹੜੀ ਸਾਹ ਹੈ ਉਹ ਜ਼ਿਆਦਾ ਬੰਦ ਕਰਨਾ ਚਾਹ ਰਿਹਾ ਹੈ। ਹੁਣ ਇੰਡਸ ਵਾਟਰ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੋਈ ਹੈ, ਉਹਨਾਂ ਨੂੰ ਪਤਾ ਜੀ ਅਸੀਂ ਹਮਲਾ ਨਹੀਂ ਵੀ ਕਰਾਂਗੇ ਤਾਂ ਪਾਕਿਸਤਾਨ ਨੂੰ ਕੁਛ ਨਾ ਕੁਛ ਜਿਹੜਾ ਹੈ ਕਰਨਾ ਪੈਣਾ ਹੈ ਤਾਂ ਕਿ ਉਹ ਪਾਣੀ ਖੁਲਾਏ ਜਾ ਸਕਣ, ਜਾਂ ਜਿਹੜੇ ਉਹ ਪੋਰਟ ਬੰਦ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਬਾਰਡਰਸ ਦੇ ਉੱਤੋਂ ਦੀ ਬਿਜ਼ਨਸ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਲੜਾਈ ਘੱਟ ਕਰਨਾ ਚਾਹੁੰਦਾ, ਦਿਖਾਣਾ ਜ਼ਿਆਦਾ ਚਾਹੁੰਦਾ। ਬਿਲਕੁਲ ਬਿਲਕੁਲ। ਅੱਛਾ, ਹਿੰਦੁਸਤਾਨ 'ਚ ਨਾ ਮੀਡੀਆ 'ਚ ਅਕਸਰ ਵੇਖਨੇ ਅਸੀਂ ਚੀਜ਼ਾਂ ਤੇ ਓਬਜ਼ਰਵ ਕਰਨੇ ਆ ਤੇ ਕੁਝ ਐਵੇਂ ਨਰੇਟ ਕੀਤਾ ਜਾਂਦਾ, ਦੱਸਿਆ ਜਾਂਦਾ ਹੈ ਕਿ ਜਿਵੇਂ ਉੱਥੇ ਜਿਹੜੇ ਮੁਸਲਮਾਨ ਨੇ, ਸਿੱਖ ਨੇ, ਬੜੇ ਖੁਸ਼ ਨੇ। ਤੁਸੀਂ ਆਪ ਵੀ ਹਿੰਦੁਸਤਾਨ ਦੇ ਹੋ, ਤੁਹਾਡੀ ਉੱਥੇ ਬਹੁਤ ਵੱਡੀ ਕਮਿਊਨਿਟੀ ਵੀ ਹੈ, ਤੇ ਤੁਸੀਂ ਕੀ ਸਮਝਦੇ ਹੋ ਕੀ ਹਾਲਾਤ ਨੇ ਹਿੰਦੁਸਤਾਨ 'ਚ ਮੁਸਲਮਾਨਾਂ ਦੇ ਤੇ ਜਿਹੜੇ ਉੱਥੇ ਸਿੱਖ ਭਾਈ ਉਹਨਾਂ ਦੇ? ਦੇਖੋ, ਮੇਰੀ ਗੱਲ ਦਾ ਤੁਸੀਂ ਨਾ ਗੁੱਸਾ ਨਾ ਕਰਿਓ ਮੁਸਲਮਾਨ ਭਰਾ। ਜੀ ਜੀ। ਜਿਹੜਾ ਹਿੰਦੁਸਤਾਨ 'ਚ 250 ਮਿਲੀਅਨ ਮੁਸਲਮਾਨ ਹੈ, ਉਹ ਉਹਨਾਂ ਨੇ ਜ਼ੋਰ ਦੇ ਨਾਲ ਦਬਾ ਕੇ ਉਹਨੂੰ ਐਜ਼ ਗੁੱਡ ਐਜ਼ ਹਿੰਦੂ ਬਣਾ ਲਿਆ। ਸਿਰਫ ਉਹ 5 ਵਕਤ ਦੇ ਨਮਾਜ਼ੀ ਹੋ ਸਕਦੇ ਆ, ਪਰ ਜੇ ਤੁਸੀਂ ਉਹਨਾਂ ਨੂੰ ਕਹੋ ਵੀ ਉਹ ਆਪਣੇ ਮਜ਼ਹਬ ਦੇ ਲਈ, ਆਪਣੇ ਧਰਮ ਦੇ ਲਈ, ਜਾਂ ਆਪਣੀ ਹੋਂਦ ਦੇ ਲਈ, ਜਾਂ ਆਪਣੀ ਆਜ਼ਾਦੀ ਲਈ ਖੜਨਗੇ, ਤੇ ਉਹ ਬਿਲਕੁਲ ਨਹੀਂ ਖਲੋਣਗੇ। ਅੱਜ ਹੁਣ ਪਾਕਿਸਤਾਨ ਦੇ ਉੱਤੇ ਲਗਾਤਾਰ ਹਮਲੇ ਦੀ ਗੱਲ ਚੱਲਦੀ ਪਈ ਹੈ। ਪਾਕਿਸਤਾਨ ਨੂੰ ਕਹਿੰਦੇ ਪਏ ਜੀ ਅਸੀਂ ਮਿਟਾ ਦਿਆਂਗੇ, ਗੱਲ ਚੱਲਦੀ ਪਈ ਹੈ। ਸਵਾਏ ਖਾਲਿਸਤਾਨੀ ਪੱਖੀ ਸਿੱਖ ਜਾਂ ਸਿੱਖਸ ਫਾਰ ਜਸਟਿਸ ਜਾਂ ਅਸੀਂ ਰੈਫਰੈਂਡਮ ਵਾਲਿਆਂ ਤੋਂ ਇਲਾਵਾ ਤੁਸੀਂ ਮੈਨੂੰ ਕੋਈ ਵੀ ਨਿਊਜ਼, ਕੋਈ ਵੀਡੀਓ ਕੱਢ ਕੇ ਦੇ ਦਿਓ ਕਿ ਪਾਕਿਸਤਾਨ ਦੇ ਲਈ ਕਿਸੇ ਨੇ ਵੀ ਆਵਾਜ਼, ਕੱਲੇ ਭਾਰਤ ਦੀ ਮੈਂ ਗੱਲ ਨਹੀਂ ਕਰ ਰਿਹਾ, ਪੂਰੀ ਦੁਨੀਆ ਤੋਂ ਲੱਭ ਕੇ ਦਿਖਾ ਦਿਓ ਮੈਨੂੰ ਕਿ ਕਿਸੇ ਆਵਾਮ ਨੇ ਜਾਂ ਕਿਸੇ ਇੱਕ ਵਰਗ ਨੇ, ਸਿੱਖ ਤੇ ਖਾਲਿਸਤਾਨੀਆਂ ਤੋਂ ਛੱਡ ਕੇ, ਵੀ ਪਾਕਿਸਤਾਨ ਦੇ ਲਈ ਕਿਸੇ ਨੇ ਆਵਾਜ਼ ਚੱਕੀ ਹੈ। ਬਿਲਕੁਲ ਬਿਲਕੁਲ। ਅੱਛਾ, ਖਾਲਿਸਤਾਨ ਤਹਿਰੀਕ ਦੇ ਤੁਸੀਂ ਕਾਫੀ ਦਿਨਾਂ ਤੋਂ ਰਹਿਨੁਮਾ ਵੀ ਹੋ ਤੇ ਕੋਸ਼ਿਸ਼ਾਂ ਵੀ ਤੁਹਾਡੀਆਂ ਜਾਰੀਆਂ ਨੇ, ਤੇ ਤੁਸੀਂ ਕੀ ਸਮਝਦੇ ਹੋ ਕਿ ਖਾਲਿਸਤਾਨੀ ਤਹਿਰੀਕ ਮੌਜੂਦਾ ਟਾਈਮ ਤੇ ਕਿੱਥੇ ਖੜੀ ਹੈ ਤੇ ਕਿੰਨਾ ਵਕਤ ਲੱਗੇਗਾ ਤੁਹਾਨੂੰ ਆਪਣਾ ਮੁਲਕ ਬਣਾਉਣ 'ਚ, ਆਪਣਾ ਖਾਲਿਸਤਾਨ ਦਾ ਪੂਰਾ ਇੱਕ ਕੰਟਰੀ ਬਣਾਉਣ 'ਚ? ਦੇਖੋ, ਅਸੀਂ ਤਾਂ ਜਦੋਂ ਤੋਂ ਜੂਨ 1984 ਤੇ ਦਰਬਾਰ ਸਾਹਿਬ ਤੇ ਫੌਜਾਂ ਨੇ ਇਹਨਾਂ ਦੀ ਹਮਲਾ ਕੀਤਾ, ਢਹਿ ਢੇਰੀ ਕੀਤਾ, ਨਵੰਬਰ 1984 ਦੇ ਵਿੱਚ ਸਿੱਖ ਨਸਲਕੁਸ਼ੀ ਜਿਹੜੀ ਕੀਤੀ ਗਈ, ਤੇ ਇਹਨਾਂ ਦੇ ਸਾਡੇ ਜਿਹੜੇ ਸਿੱਖ ਭਰਾ ਹੈ ਉਸ ਵਕਤ ਜਿਹੜੇ ਭਾਰਤੀ ਫੌਜ 'ਚ ਸੀ, ਉਹ ਵਰਦੀਆਂ ਸਮੇਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹਨਾਂ ਨੇ ਮਾਰੇ ਹੈ, ਮੁਕਾਏ ਹੈ। ਸਾਡੀਆਂ ਬੀਬੀਆਂ ਦੇ ਉੱਥੇ ਖੁੱਲ੍ਹੇਆਮ ਇੱਜ਼ਤਾਂ ਲੁੱਟੀਆਂ ਗਈਆਂ ਤੇ ਵਿਧਵਾ ਕਾਲਨੀ ਹੈ। ਇੱਕ ਸੰਘਰਸ਼ ਲੜਿਆ ਗਿਆ 84 ਤੋਂ 95 ਹਥਿਆਰਬੰਦ, ਜਿਹਦੇ ਵਿੱਚ 1.5 ਲੱਖ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ, 10 ਮਿਲੀਅਨ ਸਿੱਖ ਅਫੈਕਟਡ ਹੈ। ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਵੀ ਇਹ ਹੁਣ ਮੁਲਕ ਬਣੇਗਾ ਕਦੋਂ, ਮੇਰੇ ਖਿਆਲ ਇਹ ਤੁਸੀਂ ਆਪਣੇ ਜਨਰਲ ਸਾਹਿਬ ਨੂੰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪੁੱਛੋ ਕਿ ਵੀ ਭਾਈ ਪੰਜਾਬ ਜਿਹੜਾ ਹੈ ਭਾਰਤ ਦੇ ਕਬਜ਼ੇ 'ਚ ਉਹ ਚੀਖ ਰਿਹਾ, ਉੱਥੇ ਨਸਲਕੁਸ਼ੀ ਹੋ ਰਹੀ ਹੈ, ਉਹ ਤੁਹਾਡੇ ਨਾਲ
ਕੰਧ ਬਣ ਕੇ ਖਲੋਤੇ ਆ, ਇੱਟ ਬਣ ਕੇ ਖਲੋਤੇ ਆ, ਤੁਹਾਡਾ ਸਾਥ ਦੇਣਗੇ ਤੇ ਆਪਾਂ ਉਹਨਾਂ ਦੀ ਆਜ਼ਾਦੀ ਦੀ ਗੱਲ ਕਦੋਂ ਕਰਨੀ ਹੈ ਤੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਕੀ ਹਿੱਸਾ ਪੁਰ ਕਦੋਂ ਪਾਉਣਾ? ਇਹ ਸਵਾਲ ਜ਼ਰੂਰ ਤੁਸੀਂ ਪੁੱਛਿਓ ਉਹਨਾਂ ਨੂੰ। ਬਿਲਕੁਲ ਜ਼ਰੂਰ ਪੁੱਛਾਂਗੇ। ਦੂਜਾ, ਜਿੰਨੇ ਵੀ ਸਿੱਖ ਭਾਈ ਨੇ ਸਾਡੇ ਇੰਡੀਆ 'ਚ ਤੇ ਉਂਝ ਓਵਰਆਲ ਜਿਵੇਂ ਤੁਸੀਂ ਵੀ ਹੋ, ਤੁਹਾਡਾ ਕੀ ਮੌਕਫ ਹੈ ਜਿਹੜਾ ਕਸ਼ਮੀਰ ਹੈ ਜਿੰਦੇ 'ਚ ਇੰਡੀਆ ਨੇ, ਭਾਰਤ ਨੇ ਕਬਜ਼ਾ ਕੀਤਾ ਹੈ ਉਹਦੇ ਤੇ? ਦੇਖੋ, ਜਿਹੜਾ ਕਸ਼ਮੀਰ ਵਾਲਾ ਹਿੱਸਾ ਹੈ ਉਹਦੇ 'ਚ ਅੱਜ ਦੀ ਤਾਰੀਖ 'ਚ ਕਸ਼ਮੀਰ ਦੇ ਜਿਹੜੇ ਗਰਾਊਂਡ ਦੇ ਉੱਤੇ ਹੈ, ਦੇ ਆਰ ਫਾਈਟਿੰਗ ਟੂ ਲਿਬਰੇਟ, ਦੇ ਆਰ ਫਾਈਟਿੰਗ ਟੂ ਡਿਫੈਂਡ देयर ਲੈਂਡਸ। ਪਰ ਬੜੀ ਹੀ ਇਹ ਨਮੋਸ਼ੀ ਦੀ ਗੱਲ ਹੈ, ਇਟਸ ਵੈਰੀ ਅਨਫੋਰਚੂਨੇਟ ਕਿ ਜਿਹੜਾ 8 ਲੱਖ ਕਸ਼ਮੀਰੀ ਉੱਥੋਂ ਜਾਨ ਬਚਾਉਣ ਵਾਸਤੇ ਬਾਹਰ ਮੁਲਕਾਂ 'ਚ ਆ ਗਿਆ, ਉਹ ਕਸ਼ਮੀਰੀ ਘੱਟ ਤੇ ਬਿਜ਼ਨਸਮੈਨ ਜ਼ਿਆਦਾ ਬਣ ਗਿਆ। ਪਿਛਲੇ 20-21 ਤਰੀਕ ਦਾ ਉੱਥੇ ਹਮਲਾ ਹੋਇਆ ਹੈ ਤੇ ਕਸ਼ਮੀਰੀਆਂ ਦੀਆਂ ਧੀਆਂ ਭੈਣਾਂ ਦੀਆਂ ਲਗਾਤਾਰ ਥਾਣਿਆਂ 'ਚ ਇੱਜ਼ਤਾਂ ਰੋਲੀਆਂ ਜਾ ਰਹੀਆਂ। ਯੂ ਨੋ ਦੈਟ ਕਿ ਰਾਸ਼ਟਰੀ ਰਾਈਫਲਸ ਕੀ ਕਰਦੀ ਪਈ ਹੈ ਪਿਛਲੇ 15 ਦਿਨਾਂ ਦੇ ਵਿੱਚ। ਪਰ ਜੇ ਕਿਸੇ ਕਸ਼ਮੀਰ ਨੇ ਆਪਣਾ ਝੰਡਾ ਲਿਆ ਕੇ ਇਸ ਹਿੰਦੁਸਤਾਨ ਦਹਿਸ਼ਤਗਰਦ ਦੀ ਹਕੂਮਤ ਦੀ ਅੰਬੈਸੀਆਂ ਦੇ ਅੱਗੇ ਖੜਾ ਕੀਤਾ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ। ਉਹ ਘਰਾਂ 'ਚ ਬੈਠੇ ਸੁੱਤੇ ਆ, ਉਹਨਾਂ ਦੇ ਉੱਥੇ ਬੱਚੇ ਜਿਹੜੇ ਆ ਉਹ ਆਪਣੀ ਆਜ਼ਾਦੀ ਦੇ ਲਈ ਸ਼ਹੀਦ ਹੋ ਰਹੇ ਆ, ਬੱਚੀਆਂ ਦੇ ਉੱਤੇ ਇੱਜ਼ਤਾਂ ਲੁੱਟੀਆਂ ਜਾ ਰਹੀਆਂ, ਉਹਨਾਂ ਦੇ ਘਰ ਢਾਏ ਜਾ ਰਹੇ ਆ। ਸੋ ਉਹਨਾਂ ਨੇ ਜਿਹੜਾ ਹੈ ਦੀ ਕਸ਼ਮੀਰੀਜ਼ ਆਊਟਸਾਈਡ ਦੀ ਕਸ਼ਮੀਰ, ਦੇ ਹੈਵ ਫੇਲਡ देयर ਮੂਵਮੈਂਟ। ਬਿਲਕੁਲ ਬਿਲਕੁਲ। ਅੱਛਾ, ਇੰਡੀਅਨ ਮੀਡੀਆ ਅਸੀਂ ਵੇਖੀਏ ਤੇ ਬੜੀ ਬੜਕਾਂ ਮਾਰਦੇ ਨੇ, ਬੜਕਾਂ ਤੇ ਨਜ਼ਰ ਆਉਂਦੀਆਂ ਨੇ ਕਿ ਉਹ ਕੁਝ ਕਰ ਵੀ ਸਕਦੇ ਨੇ ਜਾਂ ਸਿਰਫ ਉਹ ਬੜਕਾਂ ਦੀ ਹੱਦ ਤੱਕ ਹੀ ਨੇ? ਦੇਖੋ, ਜਦੋਂ ਭਾਈ ਜਦੋਂ ਜੰਗ ਲੱਗਦੀ ਹੈ ਨਾ ਤੇ ਅਸੀਂ ਹੈਗੇ ਆ ਮਾਝੇ ਵਾਲੇ ਤੇ ਸਾਡੇ ਬਜ਼ੁਰਗ ਕਿਆ ਕਰਦੇ ਸੀਗੇ ਕਿ ਵੀ ਤੁਸੀਂ ਉਦੋਂ ਮਾਰੇ ਜਾਣਾ ਜਦੋਂ ਤੁਸੀਂ ਦੁਸ਼ਮਣ ਹੈ ਨਾ ਜਿਹੜਾ ਉਹਨੂੰ ਮਾੜਾ ਸਮਝਣਾ। ਬਿਲਕੁਲ। ਦੁਸ਼ਮਣ ਚਾਹੇ ਹਲਕਾ ਹੋਵੇ, ਚਾਹੇ ਉਹ ਘਰੋਂ ਬੈਠ ਕੇ ਬੜਕ ਮਾਰੇ, ਚਾਹੇ ਉਹ ਬਾਹਰ ਖਲੋ ਕੇ ਕਰੇ, ਦੁਸ਼ਮਣ ਨੂੰ ਤੁਸੀਂ ਕਦੀ ਮਾੜਾ ਨਹੀਂ ਸਮਝਣਾ ਤੇ ਦੁਸ਼ਮਣ ਨੂੰ ਤੁਸੀਂ ਇਦਾਂ ਲੈਣਾ ਕਿ ਜਿੱਦਾਂ ਉਹ ਤੁਹਾਡੇ ਤੋਂ ਤਕੜਾ ਤਾਂ ਤੁਸੀਂ ਜਿੱਤ ਸਕੋਗੇ। ਮੀਡੀਆ ਜਿਹੜਾ ਹੈ ਉਹਨਾਂ ਦਾ ਜਾਂ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੈ ਉਹ ਚੱਲਦੇ ਹੀ ਉਹਨਾਂ ਦੇ ਹਿੰਦੂਤਵਾ ਤੇ ਹਿੰਦੁਸਤਾਨੀ ਹੋਣ ਦੇ ਨੈਸ਼ਨਲਿਜ਼ਮ ਦੇ ਉੱਤੇ ਹੈ। ਉਹਨਾਂ ਦੀ ਜਿਹੜੀ ਵਿਊਅਰਸ਼ਿਪ ਹੈ ਉਹ ਇਸ ਤੇ ਬੇਸਡ ਹੈ ਕਿ ਉਹ ਕਿੰਨੀ ਉੱਚੀ ਆਵਾਜ਼ 'ਚ ਕਹਿੰਦੇ ਹੈਗੇ ਜੀ ਪਾਕਿਸਤਾਨ ਤੇ ਹਮਲਾ ਕਰੋ। ਪਰ ਦੂਸਰੇ ਪਾਸੇ ਜੇ ਤੁਸੀਂ ਕਹੋ ਵੀ ਅਸੀਂ ਉਹਨਾਂ ਨਾਲੋਂ ਤਕੜੇ ਆ, ਅਸੀਂ ਸਾਰਾ ਸੈੱਟ ਕੀਤਾ ਹੋਇਆ, ਆਪਾਂ ਮਾਫ ਕਰਨਾ ਟਿਕਟਾਕ ਦੇ ਉੱਤੇ ਉਹਨਾਂ ਨੂੰ ਟੀਚਰਾਂ ਕਰੀ ਚੱਲੀਏ, ਟਿਕਟਾਕ ਦੇ ਉੱਤੇ ਕਹੀ ਚੱਲੀਏ, ਹਜੇ ਤੱਕ ਆਏ ਨਹੀਂ। ਸਵਾਲ ਇਹ ਉੱਠਦਾ ਹੈ ਕਿ ਜੇ ਉਹ ਆ ਗਏ ਤੁਸੀਂ ਤਿਆਰ ਹੈਗੇ ਹੋ? ਜੇ ਉਹ ਆ ਗਏ ਤੁਹਾਡੇ ਆਵਾਮ ਕੋਲ, ਗੁਰਪ੍ਰੀਤ ਸਿੰਘ ਸਾਹਿਬ ਇੱਥੇ ਤਿਆਰ ਬੈਠੇ ਨੇ। ਉਹ ਮੈਂ ਤੁਹਾਨੂੰ ਦੱਸ ਰਿਹਾ ਨਾ, ਉਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਜੇ ਅਸੀਂ ਆ ਗਏ ਤੇ ਤੁਹਾਡੀਆਂ ਗੱਲਾਂ ਤੁਸੀਂ ਤਿਆਰ ਬੈਠੇ ਹੋ, ਇਹ ਜੰਗ ਦੇ ਮੈਦਾਨ 'ਚ ਪਤਾ ਲੱਗਣੀਆਂ ਨਾ, ਪਹਿਲੋਂ ਨਹੀਂ ਪਤਾ ਲੱਗਣੀਆਂ। ਬਿਲਕੁਲ ਬਿਲਕੁਲ, ਪਹਿਲੋਂ ਨਹੀਂ ਪਤਾ ਲੱਗਣਾ ਇਹ। ਬਿਲਕੁਲ ਬਿਲਕੁਲ। ਅੱਛਾ, ਤੁਸੀਂ ਜਿਵੇਂ ਕਰਤਾਰਪੁਰ ਆਂਦੇ ਵੀ, ਸਾਡੇ ਸਿੱਖ ਭਰਾ ਆਂਦੇ ਵੀ ਨੇ ਪਾਕਿਸਤਾਨੀ ਸਰਜ਼ਮੀਨ ਤੇ ਤੁਹਾਨੂੰ ਕਿਹੋ ਜਿਹਾ ਲੱਗਦਾ ਪਾਕਿਸਤਾਨ 'ਚ ਆ ਕੇ? ਕਿੰਨਾ ਕੁ ਪਿਆਰ ਮਿਲਦਾ ਇੱਥੋਂ ਦੇ ਲੋਕਾਂ ਤੋਂ? ਦੇਖੋ, ਪਾਕਿਸਤਾਨ ਜਿਹੜਾ ਹੈ ਉਹਨਾਂ ਨੇ ਸਿੱਖ ਨੂੰ ਐਜ਼ ਏ ਧਰਮ ਅੱਡ ਦਾ ਦਰਜਾ ਦਿੱਤਾ ਹੋਇਆ। ਸਾਡੇ ਜਿੰਨੇ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂਆਂ ਦੇ ਧਾਰਮਿਕ ਸਥਾਨ ਹੈ ਉਹ ਉੱਥੇ ਹੈਗੇ ਆ। ਜਿਹੜਾ ਹੈ ਇੱਕ ਆਪਸ ਦੇ ਵਿੱਚ ਜਿਹੜਾ ਪੰਜਾਬ ਦਾ ਤੇ ਪੰਜਾਬੀਆਂ ਦਾ ਤੇ ਹੁਣ ਤਾਂ ਪੂਰੇ ਪਾਕਿਸਤਾਨ ਦਾ ਜਿਹੜਾ ਇੱਕ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਹੈ, ਉਹ ਸਿੱਖ ਦਾ ਤੇ ਭਾਰਤੀਆਂ ਦਾ ਨਾ ਕਦੀ ਹੋਇਆ ਸੀ, ਨਾ 70 ਸਾਲ 'ਚ ਹੋ ਸਕਿਆ, ਕਿਉਂਕਿ ਭਾਰਤ ਨੇ, ਹਿੰਦੁਸਤਾਨ ਨੇ ਜਿਸ ਸਿੱਖ ਨਾਲ ਉਹਨਾਂ ਨੂੰ ਬਣਾ ਕੇ ਰੱਖਣੀ ਚਾਹੀਦੀ ਸੀ, ਉਹਨਾਂ ਨੂੰ ਉਹਨਾਂ ਨੇ ਹਿੰਦੂ ਬਣਾ ਕੇ ਧਰਮ ਦਾ ਦਰਜਾ ਦਿੱਤਾ, ਉਹਨਾਂ ਦੀ ਉਹਨਾਂ ਨੇ ਨਸਲਕੁਸ਼ੀ ਕੀਤੀ। ਸੋ ਤੁਸੀਂ ਜਿਹੜਾ ਉਹ ਹੁੰਦਾ ਕਿ ਉਹ ਤੁਹਾਡੇ ਭਰਾ ਬਣੇ ਹੋਏ ਹੈ ਤੇ ਇੱਧਰ ਤੁਹਾਡੇ ਦੁਸ਼ਮਣ ਹੈ। ਭਰਾ ਹੁਣ ਭਰਾ ਹੀ ਰਹਿਣਾ, ਪਰ ਇਹ ਭਰਾ ਨੇ ਜਿਹੜੀਆਂ ਗੱਲਾਂ ਕਰਨੀਆਂ, they have to translate into actions and support the liberation of Punjab, Indian occupied Punjab from India, that they need to support this one to translate into a real relationship। ਬਿਲਕੁਲ। ਸਭ ਤੋਂ ਪਹਿਲੇ ਤਾਂ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਤੇ ਸਾਡੇ नाज़रीन ਨੂੰ टाइम दिता। नाज़रीन, जैसे कि आपने देखा कि गुरप्रीत सिंह साहब हमारे साथ मौजूद थे, जो कनाडा में इस टाइम मौजूद हैं और खालिस्तान की रहनुमा भी हैं। इनसे हमने बड़ी डिटेल गुफ्तगू की मुख्तलिफ टॉपिक्स पे, और इन्होंने बड़ा खुल के कहा कि हम पाकिस्तान के साथ खड़े हैं हर लिहाज से। फिलहाल के लिए नाज़रीन, नया दौर से मोहम्मद कज़ाफ़ी और गुरप्रीत साहब
सुन्नू साहब को इजाज़त दीजिए। खुदा हाफिज।